ਸੱਦੀ ਆ ਉਹਦਾ ਮਕਸਦ ਕੀ ਹੈ ਕਿ ਇੱਕ ਡਰਾਮੇਬਾਜ਼ ਸੀਗਾ ਸਰਦਾਰ ਨਵਜੋਤ ਸਿੰਘ ਸਿੱਧੂ, ਉਹਦੇ ਨਾਲ ਦੂਸਰਾ ਡਰਾਮੇਬਾਜ਼ ਰਲ ਗਿਆ ਸਰਦਾਰ ਚਰਨਜੀਤ ਸਿੰਘ ਚੰਨੀ। ਇਹ ਜਿਹੜੇ ਦੋਨੋਂ ਡਰਾਮੇਬਾਜ਼ ਨੇ ਇਹ ਪੰਜਾਬ ਨੂੰ ਮਿਸਗਾਈਡ ਕਰ ਰਹੇ ਨੇ, ਮਿਸਲੀਡ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਕੁਫਰ ਤੋਲ ਰਹੇ ਨੇ। ਅੱਜ ਸਵਾਲ ਅਸੀਂ ਇਸ ਲਈ ਪ੍ਰੈਸ ਕਾਨਫਰੰਸ ਕੀਤੀ ਹੈ। ਪਹਿਲਾ ਸਵਾਲ ਸਾਡਾ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹ ਸਪੈਸ਼ਲ ਅਸੈਂਬਲੀ ਸੈਸ਼ਨ ਜਿਹੜੇ PPA ਦੇ ਐਗਰੀਮੈਂਟ ਹੋਏ ਸੀਗੇ ਅਸੀਂ ਉਹਨਾਂ ਨੂੰ ਰੱਦ ਕਰਨ ਲਈ ਬੁਲਾਇਆ ਗਿਆ। ਮੈਂ ਚੰਨੀ ਜੀ ਨੂੰ ਪੁੱਛਦਾ ਕਿ ਚੰਨੀ ਜੀ ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਇੰਨੀ ਗੱਲ ਦਾ ਵੀ ਇਲਮ ਨਹੀਂ ਕਿ ਇਹ ਐਗਰੀਮੈਂਟ ਆ ਜਿਹੜੇ ਇਹ ਗਵਰਨਮੈਂਟ ਲੈਵਲ 'ਤੇ ਐਗਜ਼ੈਕਟਿਵ ਨੇ ਕੀਤੇ ਸੀ, ਡਿਪਾਰਟਮੈਂਟ ਆਫ ਪਾਵਰ ਨੇ ਕੀਤੇ ਸੀ, ਇਹਦੇ ਵਿੱਚ ਅਸੈਂਬਲੀ ਦਾ ਕੋਈ ਰੋਲ ਨਹੀਂ ਸੀ। ਤੁਸੀਂ ਅਸੈਂਬਲੀ ਨੂੰ ਬੁਲਾ ਕੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਸਮਝਦਾ ਇੱਕੋ ਗੱਲ ਹੈ ਕਿ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਤਾਂ ਕਰਨ ਨੂੰ ਤਿਆਰ ਨਹੀਂ ਸੀਗੇ ਜਾਂ ਸਾਨੂੰ ਸਾਰੀਆਂ ਪਾਰਟੀਆਂ ਨੇ ਕਿਹਾ ਸੀ, ਤਾਂ ਕਰਕੇ ਇਹ PPA ਦੇ ਜਿਹੜੇ ਐਗਰੀਮੈਂਟ ਆ ਇਹ ਰੱਦ ਕਰ ਰਹੇ ਆ। ਪਹਿਲਾ ਸਵਾਲ ਇਹ ਉੱਠਦਾ ਕਿ ਜਿਹੜਾ ਐਗਰੀਮੈਂਟ ਕਦੇ ਅਸੈਂਬਲੀ ਵਿੱਚ ਪਾਸ ਨਹੀਂ ਹੋਇਆ, ਕਦੇ ਅਸੈਂਬਲੀ ਤੋਂ ਰੈਟੀਫਾਈ ਨਹੀਂ ਹੋਇਆ, ਕਦੇ ਅਸੈਂਬਲੀ ਵਿੱਚ ਉਸ ਦੀ ਇਸ਼ੂ ਨਹੀਂ ਉੱਠੀ, ਉਸ ਨੂੰ ਇਹ ਰੱਦ ਕਰਨ ਲਈ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਕਿਉਂ ਬੁਲਾ ਰਿਹਾ, ਇਹਨਾਂ ਨੂੰ ਦੱਸਣਾ ਪਊਗਾ। ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੂਸਰੀ ਇਹ ਹੈ ਕਿ ਇਹ ਕਹਿ ਰਹੇ ਆ ਕਿ ਖੇਤੀਬਾੜੀ ਦੇ ਕਾਨੂੰਨ ਹੈ ਜਿਹੜੇ ਉਹਨਾਂ ਨੂੰ ਅਸੀਂ ਰੱਦ ਕਰਾਂਗੇ। ਮੈਂ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਿੱਧਾ ਸਵਾਲ ਇਹ ਕਰਦਾ ਕਿ ਚੰਨੀ ਜੀ ਤੁਸੀਂ ਲੀਗਲੀ ਸੈਂਟਰ ਦੇ ਬਣਾਏ ਹੋਏ ਕਾਨੂੰਨ ਸਟੇਟ ਅਸੈਂਬਲੀ ਰੱਦ ਨਹੀਂ ਕਰ ਸਕਦੀ, ਕਿਉਂ ਤੁਸੀਂ ਲੋਕਾਂ ਨੂੰ ਮਿਸਲੀਡ ਕਰ ਰਹੇ ਹੋ? ਤੁਸੀਂ ਤੁਹਾਡੀ ਗੌਰਮੈਂਟ ਨੇ, ਇਸੇ ਗੌਰਮੈਂਟ ਨੇ ਜਿਹਦੇ ਜਾਂ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਸੀ, ਤੁਸੀਂ ਕੈਬਨਿਟ ਮਿਨਿਸਟਰ ਸੀ, ਤੁਹਾਡੀ ਸਰਕਾਰ ਨੇ ਆਲਰੇਡੀ ਇੱਕ ਅਸੈਂਬਲੀ ਵਿੱਚ ਰੈਜ਼ੋਲੂਸ਼ਨ ਪਾਸ ਕੀਤਾ ਕਿ ਗੌਰਮੈਂਟ ਪੰਜਾਬ ਅਸੈਂਬਲੀ ਇਹ ਕਾਨੂੰਨਾਂ ਨੂੰ ਰੱਦ ਕਰਦੀ ਹੈ। ਨਾਲ ਹੀ ਇਹ ਕਾਨੂੰਨਾਂ ਵਿੱਚ ਅਮੈਂਡਮੈਂਟ ਕਰਤੀ, ਕਾਨੂੰਨ ਐਕਸੈਪਟ ਕਰ ਲਏ। ਹੁਣ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਚੰਨੀ ਨੇ ਕੀਤੀ ਆ ਉਹ ਇਹ ਕੀਤੀ ਹੈ, ਜਿਹੜੀ ਉਹਦੀ ਚੰਨੀ ਸਾਹਿਬ ਦੀ ਵੀਡੀਓ ਵਾਇਰਲ ਹੋਈ ਹੈ ਕਿ ਉਹ ਰਾਜੇਵਾਲ ਨਾਲ ਗੱਲ ਕਰ ਰਹੇ ਆ ਮੋਬਾਈਲ 'ਤੇ ਰਾਜੇਵਾਲ ਸਾਹਿਬ ਨੂੰ ਕਹਿ ਰਹੇ ਆ ਕਿ ਦੱਸੋ ਤੁਸੀਂ ਕੀ ਚਾਹੁੰਦੇ ਹੋ, ਅਸੀਂ ਜੋ ਤੁਸੀਂ ਚਾਹੁੰਦੇ ਹੋ ਕਰ ਦੇਵਾਂਗੇ। ਅਤੇ ਰਾਜੇਵਾਲ ਸਾਹਿਬ ਨੇ ਪੁੱਛਿਆ ਕਿ ਅੱਗੇ ਜੋ ਕੀਤਾ ਸੀ ਉਹ ਕੀ ਕੀਤਾ ਸੀ ਤੁਸੀਂ? ਅਤੇ ਚੰਨੀ ਸਾਹਿਬ ਕਹਿੰਦੇ ਆ ਉਦੋਂ ਸਾਨੂੰ ਅਫਸਰਾਂ ਨੇ ਕਾਨੂੰਨ ਰੱਦ ਨਹੀਂ ਸੀ ਕਰਨ ਦਿੱਤੇ, ਇਹ ਕਹਿ ਕੇ ਸਾਨੂੰ ਡਰਾ ਲਿਆ ਸੀ ਕਿ ਜੇ ਤੁਸੀਂ ਕਾਨੂੰਨ ਰੱਦ ਕੀਤੇ ਤਾਂ ਸੈਂਟਰ ਗੌਰਮੈਂਟ ਤੁਹਾਡੀ ਗੌਰਮੈਂਟ ਤੋੜ ਦੇਊਗੀ। ਹੁਣ ਬੜਾ ਸਵਾਲ ਸਿੱਧਾ ਉੱਠਦਾ ਕਿ ਕੀ ਚੰਨੀ ਸਾਹਿਬ ਇਸ ਗੱਲ ਨੂੰ ਪਬਲਿਕ ਕਰਨਗੇ ਕਿ ਉਹ ਕਿਹੜੇ ਅਫਸਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਡਰਾਇਆ, ਅਤੇ ਜਦ ਉਹਨਾਂ ਨੇ ਡਰਾਇਆ ਉਦੋਂ ਕੌਣ ਕੌਣ ਬੈਠੇ ਸੀ ਉੱਥੇ? ਕੀ ਮਜਬੂਰੀ ਸੀ ਗੌਰਮੈਂਟ ਦੀ ਕਿ ਉਹਨਾਂ ਨੇ ਉਸ ਵੇਲੇ ਰੱਦ ਨਹੀਂ ਕੀਤੇ? ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇਹ ਹੁਣ ਦੋ ਡਰਾਮੇਬਾਜ਼ ਇਕੱਠੇ ਹੋ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਇਹ ਸਾਰੇ ਡਰਾਮੇ ਰਚ ਰਹੇ ਨੇ। ਹੁਣ ਪਹਿਲਾ ਸਵਾਲ ਇਹ ਕਿ ਇਹਨਾਂ ਨੇ ਆਪਣੇ ਇਸ ਸੈਸ਼ਨ ਵਿੱਚ ਇਹ ਵੀ ਮਤਾ ਰੱਖਿਆ, ਏਜੰਡਾ ਰੱਖਿਆ ਕਿ ਜੀ ਜਿਹੜੇ BSF ਦੀ ਲਿਮਟ ਵਧਾਈ ਆ ਉਹ ਅਸੀਂ ਅਸੈਂਬਲੀ ਵਿੱਚ ਪਾਸ ਕਰਾਂਗੇ ਰੱਦ ਕਰਨ ਲਈ। ਮੈਂ ਇਹ ਸਮਝਦਾ ਕਿ ਜਾਂ ਤਾਂ ਇਹਨਾਂ ਨੂੰ ਆਪ ਨਹੀਂ ਕਾਨੂੰਨ ਦੀ ਹਾਲਤ ਪਤਾ, ਜੇ ਇਹਨਾਂ ਨੂੰ ਪਤਾ ਤਾਂ ਇਹ ਸਮਝਦੇ ਨਹੀਂ ਕਿ ਲੋਕਾਂ ਦਾ ਗੁੰਮਰਾਹ ਕਰਨ ਦਾ ਇਹਨਾਂ ਨੇ ਠੇਕਾ ਲੈ ਲਿਆ। ਮੈਂ ਇੱਕੋ ਸਵਾਲ ਕਰਦਾ ਕਿ ਅਸੈਂਬਲੀ ਵਿੱਚ ਗਵਰਨਮੈਂਟ ਆਫ ਇੰਡੀਆ ਦੀ ਕੀਤੀ ਹੋਈ ਨੋਟੀਫਿਕੇਸ਼ਨ ਨੂੰ ਇਹ ਰੱਦ ਕਰ ਸਕਦੇ? ਉਹਦਾ ਜਵਾਬ ਨਹੀਂ। ਇਹ ਕੀ ਕਰ ਸਕਦੇ ਆ? ਇਹ ਕੇਵਲ ਇੱਕੋ ਗੱਲ ਕਰ ਸਕਦੇ ਆ, ਉਹ ਕੀ ਹੈ ਕਿ ਕੈਬਨਿਟ ਮੀਟ ਹੋਵੇ, ਕੈਬਨਿਟ ਮੀਟ ਇਹ ਡਿਸੀਜਨ ਲਵੇ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਕੀਤਾ ਅਸੀਂ ਉਹਨੂੰ ਪੰਜਾਬ ਵਿੱਚ ਇੰਪਲੀਮੈਂਟ ਨਹੀਂ ਕਰਾਂਗੇ। ਇਹੀ ਗੱਲ ਇਹਨਾਂ ਨੂੰ ਕਰਨੀ ਪਊਗੀ ਖੇਤੀ ਕਾਨੂੰਨਾਂ ਬਾਰੇ ਕਿ ਕੈਬਨਿਟ ਡਿਸੀਜਨ ਲਵੇ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਐਗਰੀਕਲਚਰ ਲਾਅ ਬਣਾਏ ਆ ਉਹਨਾਂ ਨੂੰ ਗਵਰਨਮੈਂਟ ਆਫ ਪੰਜਾਬ ਵਿਲ ਨਾਟ ਇੰਪਲੀਮੈਂਟ ਇਨ ਸਟੇਟ ਆਫ ਪੰਜਾਬ। ਤੀਸਰੀ ਗੱਲ, ਜੇ ਇਹਨਾਂ ਨੇ ਐਗਰੀਮੈਂਟ ਜਿਹੜੇ ਰੱਦ ਕਰਨੇ ਨੇ, ਜੇ ਇਹਨਾਂ ਨੇ ਰੱਦ ਕਰਨੇ ਹੀ ਹੈ
ਫਿਰ ਇਹਨਾਂ ਨੂੰ ਚੰਨੀ ਸਾਹਿਬ ਅਸੈਂਬਲੀ ਵਿੱਚ ਪਾਸ ਹੋਇਆ ਤੋਂ ਬਾਅਦ ਰੱਦ ਨਹੀਂ ਹੋਣੇ। ਤੁਹਾਨੂੰ ਕੈਬਨਿਟ ਨੂੰ ਡਿਸੀਜਨ ਲੈ ਕੇ ਨੋਟੀਫਾਈ ਕਰਨਾ ਪਊਗਾ ਕਿ ਜਿਹੜੇ ਐਗਰੀਮੈਂਟ PPA ਦੇ ਹੋਏ ਸੀਗੇ ਗਵਰਨਮੈਂਟ ਆਫ ਪੰਜਾਬ ਉਹਨਾਂ ਨੂੰ ਰਿਸੈਂਟ ਕਰਦੀ ਆ, ਉਹਨਾਂ ਨੂੰ ਰੱਦ ਕਰਦੀ ਹੈ। ਮੈਂ ਇੱਕੋ ਹੀ ਗੱਲ ਸਮਝਦਾ ਕਿ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਇੱਕ ਮਹਿਜ਼ ਡਰਾਮਾ ਅਤੇ ਮਜ਼ਾਕ ਉਡਾਉਣ ਲੱਗਿਆ, ਆਪਣਾ ਵੀ, ਆਪਣੀ ਕਾਬਲੀਅਤ ਦਾ ਵੀ ਅਤੇ ਕਾਨੂੰਨ ਦੀਆਂ ਵੀ ਧੱਜੀਆਂ ਉਡਾ ਰਹੇ ਨੇ। ਕਿਉਂਕਿ ਜਿਹੜਾ ਕੰਮ ਅਸੈਂਬਲੀ ਦੇ ਪ੍ਰੀਵਿਊ 'ਚ ਹੀ ਨਹੀਂ, ਜਿਹੜਾ ਅਸੈਂਬਲੀ ਨੂੰ ਕਰਨ ਦੀ ਲੋੜ ਹੀ ਨਹੀਂ, ਜਿਹੜਾ ਕਾਨੂੰਨ ਬਣਾਉਣ ਵੇਲੇ ਅਸੈਂਬਲੀ ਵਿੱਚ ਨਹੀਂ ਆਇਆ, ਉਹਨੂੰ ਰੱਦ ਕਰਨ ਲਈ ਅਸੈਂਬਲੀ ਦਾ ਸੈਸ਼ਨ ਕਦੇ ਨਹੀਂ ਬੁਲਾਇਆ ਜਾ ਸਕਦਾ। ਹੁਣ ਇਹ ਜਿਹੜਾ ਕੱਲ੍ਹ ਸੈਸ਼ਨ ਬੁਲਾ ਕੇ ਇਹ ਕਹਿਣ ਲੱਗੇ ਨੇ, ਮੈਂ ਉਹਦੇ 'ਚ ਇੱਕੋ ਗੱਲ ਸਮਝਦਾ ਕਿ ਇਹਨਾਂ ਦੀ ਨੀਅਤ ਕੀ ਹੈ। ਇਹ ਸਿਰਫ ਉਹ ਪ੍ਰਾਈਵੇਟ ਕੰਪਨੀਆਂ ਨੂੰ ਇਹ ਕਹਿ ਕੇ ਆਪਣਾ ਕਵਰ ਅਪ ਕਰਨਗੇ ਕਿ ਅਸੀਂ ਤਾਂ ਤੁਹਾਡੇ ਸਮਝੌਤੇ ਰੱਦ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਅਸੈਂਬਲੀ ਨੇ ਸੈਸ਼ਨ 'ਚ ਪਾਸ ਕਰਤਾ ਤਾਂ ਸਾਨੂੰ ਕਰਨੇ ਪੈ ਰਿਹਾ ਫੇਸ ਸੇਵਿੰਗ। ਪਰ ਫਿਰ ਵੀ ਉਹ ਰੈਜ਼ੋਲੂਸ਼ਨ ਬਾਅਦ ਨਹੀਂ ਹੋਣੇ, ਇਹਨਾਂ ਨੂੰ ਕੈਬਨਿਟ ਨੂੰ ਡਿਸੀਜਨ ਲੈਣਾ ਪਊਗਾ। ਕੈਬਨਿਟ ਨੂੰ ਇਹ ਵੀ ਡਿਸੀਜਨ ਲੈਣਾ ਪਊਗਾ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਨੋਟੀਫਿਕੇਸ਼ਨ ਹੈ ਜਿਹਦੇ ਨਾਲ ਉਹਨਾਂ ਨੇ BSF ਦੀ ਲਿਮਿਟ 50 ਕਿਲੋਮੀਟਰ ਕੀਤੀ ਆ, ਉਹਨੂੰ ਅਸੀਂ ਐਕਸਟੈਂਸ਼ਨ ਨੂੰ ਪੰਜਾਬ ਵਿੱਚ ਇੰਪਲੀਮੈਂਟ ਨਹੀਂ ਹੋਣ ਦੇਵਾਂਗੇ। ਪੰਜਾਬ ਪੁਲਿਸ ਵਿਲ ਟੇਕ ਕੇਅਰ ਆਫ ਦੈਟ ਏਰੀਆ। ਅਸੀਂ BSF ਦਾ ਉੱਥੇ ਐਕਸ਼ਨ ਨਹੀਂ ਅਲਾਉ ਕਰਾਂਗੇ। ਮੈਂ ਇੱਕ ਗੱਲ ਇਹ ਹੋਰ ਕਹਿਣੀ ਚਾਹੁੰਦਾ ਕਿ ਜਿਵੇਂ ਐਲਾਨ ਕਰ ਕਰਕੇ ਫੈਸਲੇ ਕਰਨ ਲੱਗੇ ਹੋਏ ਨੇ, ਚੰਨੀ ਜੀ ਤੁਹਾਨੂੰ ਪਹਿਲਾਂ ਕਿਹਨੇ ਰੋਕਿਆ ਸੀ? ਪਹਿਲਾਂ ਕਿਉਂ ਨਾ ਫੈਸਲੇ ਹੋਏ? ਹੁਣ 15 ਦਿਨ, ਮਹੀਨਾ, 2 ਮਹੀਨੇ ਪਹਿਲਾਂ, 1.5 ਮਹੀਨੇ ਪਹਿਲਾਂ ਜਦ ਤੁਹਾਡੀ ਗੌਰਮੈਂਟ ਦਾ ਹੀ ਚੀਫ ਮਿਨਿਸਟਰ ਤੁਹਾਡੀ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਸੀ ਅਤੇ ਤੁਹਾਡੇ ਖਜ਼ਾਨਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਹ ਕਹਿ ਰਹੇ ਸੀਗੇ ਕਿ ਖਜ਼ਾਨੇ 'ਚ ਪੈਸੇ ਨਹੀਂ ਹੈ। ਜੇ ਤੁਹਾਡੇ ਕੋਲ ਪੈਸੇ ਹੈਗੇ ਆ, ਅਸੀਂ ਵੀ ਵੈਲਕਮ ਇਟ, ਹੈਗੇ ਖਰਚੋ, ਪਰ ਕਾਹਦੇ ਲਈ ਖਰਚੋ? ਪਹਿਲਾਂ ਤਾਂ ਦਲਿਤ ਬੱਚਿਆਂ ਦੇ ਵਜ਼ੀਫਿਆਂ ਦੇ ਪੈਸੇ ਦਿਓ ਤਾਂ ਕਿ ਉਹ ਵਿਚਾਰੇ ਆਪਣੀਆਂ ਡਿਗਰੀਆਂ ਲੈ ਸਕਣ। ਤੁਸੀਂ ਲੋਕਾਂ ਨੂੰ ਸ਼ਗਨ ਸਕੀਮ ਦੇ ਪੈਸੇ ਦਿਓ, ਤੁਸੀਂ ਬਜ਼ੁਰਗਾਂ ਦੀ ਬੁਢਾਪੇ ਪੈਨਸ਼ਨ ਦੇ ਪੈਸੇ ਦਿਓ, ਤੁਸੀਂ ਸਟੇਟ ਵਿੱਚ ਡਿਵੈਲਪਮੈਂਟ ਦੇ ਕੰਮਾਂ ਦੇ ਪੈਸੇ ਦਿਓ। ਤੁਸੀਂ ਕਿਤੇ ਦੇ ਪੈਸੇ ਦੇ ਨਹੀਂ ਰਹੇ। 14,000 ਕਰੋੜ ਰੁਪਇਆ ਅੱਜ ਇਹਨਾਂ ਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਦੇਣ ਵਾਲਾ ਹੋ ਗਿਆ। ਐਂਡ ਜਿਹਦਾ ਸਿੰਪਲ ਫਾਲ ਆਊਟ ਕੀ ਹੋਊਗਾ ਕਿ ਜਦ 14,000 ਕਰੋੜ ਰੁਪਏ ਤੋਂ ਬਿਜਲੀ ਬੋਰਡ ਦਾ ਵਾਂਝਾ ਰਹਿ ਜਾਊਗਾ ਅਤੇ ਉਹਨਾਂ ਦਾ ਸਿਸਟਮ ਕਲੈਪਸ ਕਰ ਜੂ। ਸੈਲਰੀ ਨਹੀਂ ਦੇ ਸਕਣਗੇ, ਉਹ ਥਰਮਲ ਪਲਾਂਟਸ ਲਈ ਕੋਲਾ ਨਹੀਂ ਪਰਚੇਜ਼ ਕਰ ਸਕਣਗੇ, ਉਹ ਆਪਣੇ ਇੰਪਲਾਈਜ਼ ਨੂੰ ਸੈਲਰੀ ਨਹੀਂ ਦੇ ਸਕਣਗੇ। ਹੁਣ ਅੱਜ DA ਤਾਂ ਦਿੱਤਾ ਨਹੀਂ, ਕੈਬਨਿਟ ਫੈਸਲਾ ਕਰਦੀ ਹੈ ਕਿ ਅਸੀਂ 1 ਜੁਲਾਈ ਤੋਂ DA ਦੇਵਾਂਗੇ ਜਿਹੜਾ ਤੁਹਾਡਾ ਏਰੀਆ ਦਾ, ਅਤੇ ਫਾਈਨੈਂਸ ਡਿਪਾਰਟਮੈਂਟ ਨੋਟੀਫਿਕੇਸ਼ਨ ਕੀ ਜਾਰੀ ਕਰਦਾ ਹੈ ਕਿ ਅਸੀਂ 1 ਨਵੰਬਰ ਤੋਂ ਦੇਵਾਂਗੇ। ਮਤਲਬ ਗੌਰਮੈਂਟ ਐਕਸੈਪਟ ਕਰਨ ਲਈ ਕੋਈ ਤਿਆਰ ਨਹੀਂ ਗਾ ਕਿ ਜਿਹਦਾ ਆਰਡਰ ਕੋਈ ਐਕਸੈਪਟ ਹੋ ਜਾਵੇ। ਹੁਣ ਮੈਂ ਇੱਕੋ ਗੱਲ ਕਹਿ ਕੇ ਫਿਰ ਹਰੀਸ਼ ਦੀ ਗੱਲ ਕਰਨਗੇ, ਜਿਹੜੇ ਐਗਰੀਮੈਂਟ ਇਹਨਾਂ ਨੇ ਸੋ ਕਾਲਡ 3-4 ਕੰਪਨੀਆਂ ਦੇ ਰੱਦ ਕੀਤੇ ਸੀ, ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਚੈਲੰਜ ਕਰਦਾ ਕਿ ਤੁਸੀਂ ਜਿਹੜੇ PPA ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਹੈ, ਜੇ ਤੁਹਾਡੇ 'ਚ ਜਾਨ ਹੈ ਅਤੇ ਜੇ ਤੁਸੀਂ ਸੱਚੇ ਹੋ, ਕਿਸੇ ਵੀ ਇੰਡੀਪੈਂਡੈਂਟ ਏਜੰਸੀ ਨੂੰ ਉਹਨਾਂ ਦੀ ਜਾਂਚ ਦੇ ਦਿਓ ਕਿ ਉਹਨਾਂ 'ਚ ਕੋਈ ਹੇਰਾ ਫੇਰੀ ਹੋਈ, ਕੋਈ ਘਪਲਾ ਹੋਇਆ ਜਾਂ ਉਹ ਓਨੈਸਟਲੀ ਨਹੀਂ ਸੀ ਕੀਤੇ ਗਏ। ਕਿਉਂਕਿ ਇੰਡੀਆ ਵਿੱਚ ਇੱਕ ਵੀ ਇਹੋ ਜਿਹੀ ਸਟੇਟ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਪ੍ਰੈਸ ਵਿੱਚ, ਆਪਣੀ ਇਨਫੋਰਮੇਸ਼ਨ ਵਿੱਚ, ਆਪਣੀ ਪ੍ਰੈਸ ਰਿਲੀਜ਼ ਕਰ ਦੇਣ ਜਿਹਦੇ ਵਿੱਚ ਇਹ ਹੋ ਸਕੇ ਕਿ ਬਿਜਲੀ ਜਿਹੜੀ ਹੈਗੀ ਆ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿੱਚ ਥਰਮਲ ਪਲਾਂਟ ਤੋਂ ਉਹਨਾਂ ਨੂੰ ₹2.86 ਯੂਨਿਟ ਤੋਂ ਸਸਤੀ ਮਿਲ ਰਹੀ ਹੈ। ਸਭ ਤੋਂ ਚੀਪੈਸਟ ਪਾਵਰ ਇੱਥੇ ਅਸੀਂ ਲੈ ਰਹੇ ਹਾਂ। ਜੀਵੇ ਕੀ ਵਾਲਾ ਜਿਹੜਾ ਥਰਮਲ ਪਲਾਂਟ ਸੀ ਗੋਇੰਦਵਾਲ ਸਾਹਿਬ ਵਾਲਾ, ਜਿਹਨੂੰ ਇਹਨਾਂ ਨੇ ਨੋਟਿਸ ਦਿੱਤਾ, ਉਹ ਸਟਾਰਟ ਹੋਇਆ ਸੀ ਕੈਪਟਨ ਸਾਹਿਬ ਦੀ 2002 ਤੋਂ 2007 ਵਾਲੀ ਗੌਰਮੈਂਟ 'ਚ। ਪਰ ਉਹਨਾਂ ਨੂੰ, ਕੰਪਨੀ ਦੇ ਮਾਲਕਾਂ ਨੂੰ, ਗੌਰਮੈਂਟ ਕੈਪਟਨ ਅਮਰਿੰਦਰ ਸਿੰਘ 'ਤੇ ਭਰੋਸਾ ਨਹੀਂ ਸੀ। ਉਹਨਾਂ ਨੇ ਉਸ ਪ੍ਰੋਜੈਕਟ ਦੀ ਐਕਸੀਕਿਊਸ਼ਨ ਸਟਾਰਟ ਨਹੀਂ ਸੀ ਕੀਤੀ। ਜਦ 2007 ਵਿੱਚ PPA ਕੈਪਟਨ ਅਮਰਿੰਦਰ ਸਿੰਘ ਉਹਨਾਂ ਵੇਲੇ ਸਾਈਨ ਕੀਤਾ, ਪਰ ਜਦ ਐਕਸੀਕਿਊਸ਼ਨ ਕਦੋਂ ਵਰਕ ਦੀ ਸਟਾਰਟ ਕੀਤੀ, ਜਦ ਸਾਡੀ ਗੌਰਮੈਂਟ ਆਈ, ਉਹਨਾਂ ਨੂੰ ਕ੍ਰੈਡੀਬਿਲਟੀ 'ਤੇ ਅਕਾਲੀ ਦਲ ਦੀ 'ਤੇ ਭਰੋਸਾ ਸੀ
ਕਿ ਜੋ ਕਹਿਣਗੇ ਉਹ ਕਰਨਗੇ, ਕਮਿਟਮੈਂਟ ਦੇਣਗੇ, ਜਿਹੜੇ ਉਹਦੇ 'ਤੇ ਸਟੈਂਡ ਕਰਨਗੇ। ਉਹਨਾਂ ਨੇ ਵਰਕ ਸਟਾਰਟ ਕੀਤਾ, ਜਿਹਦੇ ਕਰਕੇ ਅੱਜ ਉੱਥੇ ਪਾਵਰ ਗਰੇਵਾਲ ਸਾਹਿਬ ਨੇ ਕਵਰ ਕਰ ਲਈ ਹੈ। ਇਹ ਪਹਿਲੀ ਸਰਕਾਰ ਹੈ ਜਿਹੜੀ ਤਮਾਸ਼ੇ ਤੇ ਡਰਾਮਿਆਂ ਨਾਲ ਚੱਲ ਰਹੀ ਹੈ। ਅੱਜ ਤੱਕ ਕੋਈ ਮੁੱਖ ਮੰਤਰੀ ਇਸ ਕਿਸਮ ਦੇ ਕੰਮ ਕਰਦਾ ਮੈਨੂੰ ਨਜ਼ਰ ਨਹੀਂ ਸੀ ਆਇਆ। ਕਦੇ ਸ਼ਗਨ ਫੜਾ ਦਿੰਦਾ, ਕਦੇ ਕਿਸੇ ਨੂੰ ਕੁਝ ਹੋਰ ਫੜਾ ਦਿੰਦਾ। ਕੋਈ ਰੀਅਲ ਐਡਮਿਨਿਸਟ੍ਰੇਸ਼ਨ ਵੱਲ ਧਿਆਨ ਨਹੀਂ ਹੈ। ਤੇ ਜਿਹੜੇ ਪੀਪੀ ਐਕਟ ਬਾਰੇ ਗੱਲਾਂ ਵੀ ਕਰਦੇ ਆ, ਇਹ ਉਹਨਾਂ ਤੇ ਜਿਹੜੇ 4 ਨੋਟਿਸਿਸ ਦਿੱਤੇ ਇਹਨਾਂ ਨੇ, ਕੱਲ੍ਹ ਟ੍ਰਿਬਿਊਨਲ ਨੇ 4 ਸਟੇ ਕਰਤੇ। ਇਹਨਾਂ ਨੂੰ ਵੀ ਪਤਾ ਕਿ ਕੋਰਟ 'ਚ ਜਾ ਕੇ ਡਿਫੈਂਡ ਨਹੀਂ ਕਰ ਸਕਣਗੇ। ਸਿਰਫ ਪਬਲਿਕ ਪੋਸਚਰ ਦੀ, ਜਿਹੜੀ ਮੈਂ ਕਿਹਾ ਕਿ ਡਰਾਮੇ ਹੀ ਕਰਦੇ ਆ, ਸਿਰਫ ਪਬਲਿਕ ਪੋਸਚਰ ਲਈ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਐਡਾ ਲੰਬਾ ਨਰੇਟਿਵ ਬਣਾਇਆ ਹੋਇਆ ਸੀਗਾ ਪਿਛਲੇ ਸਾਲ ਭਰ ਤੋਂ ਪੀਪੀ ਐਗਰੀਮੈਂਟਸ ਨੂੰ ਲੈ ਕੇ, ਬੇਅਦਬੀ ਦੇ ਕੇਸ ਨੂੰ ਲੈ ਕੇ। ਅੱਜ ਇਹ ਆਪਣੇ ਆਪ ਉਸੇ ਬਰਡਨ ਦੇ ਵਿੱਚ ਕੋਲੈਪਸ ਕਰ ਰਹੇ ਆ। ਉਹੀ ਵਜ੍ਹਾ ਜਿਹੜਾ ਏਜੀ ਤੇ ਅਟੈਕ ਕੀਤਾ ਜਾਂਦਾ। ਏਜੀ ਸਾਹਿਬ ਨੇ ਜਿਹੜੀ ਕੱਲ੍ਹ ਗੱਲ ਕਹੀ ਹੈ, ਮੈਂ ਅੱਜ ਤੱਕ ਜਿੰਨਾ ਮੇਰਾ ਕੈਰੀਅਰ ਹੈ, ਤਕਰੀਬਨ 40 ਸਾਲ ਦਾ ਕੈਰੀਅਰ ਹੋ ਗਿਆ ਮੇਰਾ ਵਕਾਲਤ ਦਾ, ਮੈਂ ਕਿਸੇ ਏਜੀ ਨੂੰ ਅਟਰੈਂਸਿਸ ਗਵਰਨਮੈਂਟ ਦੇ ਆਫੀਸ਼ੀਅਲ ਇਹੋ ਜਿਹੇ ਪ੍ਰਧਾਨ ਦੇ ਖਿਲਾਫ ਦਿੰਦੇ ਕਦੇ ਨਹੀਂ ਸੁਣਿਆ। ਅਨਪ੍ਰੈਸੀਡੈਂਟਡ ਜਦ ਦਾ ਕਨਸਟੀਟਿਊਸ਼ਨ ਬਣਿਆ, ਜਦ ਇਸ ਕਿਸਮ ਦੇ ਇਮੈਚੁਰ ਪ੍ਰੈਜ਼ੀਡੈਂਟ ਹੋਊਗਾ, ਇਸ ਕਿਸਮ ਦੇ ਇਨਕੰਪੀਟੈਂਟ ਚੀਫ ਐਗਜ਼ੈਕਟਿਵਸ ਮੁੱਖ ਮੰਤਰੀ ਹੋਣਗੇ, ਤਾਂ ਸਟੇਟ ਤਾਂ ਐਂ ਸਮਝ ਲਓ ਕਿ ਉਹ ਤਾਂ ਡੌਗਸ ਲਈ ਚਲੇ ਗਈ। ਸਟੇਟ ਦੀ ਐਡਮਿਨਿਸਟ੍ਰੇਸ਼ਨ ਹੈ ਹੀ ਨਹੀਂ ਕੋਈ। ਇੱਕ ਆਖਰ 'ਚ ਮੈਂ ਗੱਲ ਕਹਿਣੀ ਚਾਹੁੰਦਾ ਕਿ ਅੱਜ ਚੰਨੀ ਸਾਹਿਬ ਨੇ ਨਵੀਂ ਗਿਫਟ ਦਿੱਤੀ ਹੈ। ਕਿਉਂ ਦਿੱਤੀ? ਅੱਜ ਛੁੱਟੀ ਵਾਲੇ ਦਿਨ ਕਿਉਂ ਦੇਣੀ ਪਈ? ਕੱਲ੍ਹ ਅਕਾਲੀ ਦਲ ਨੇ ਦਿੱਤਾ ਨਾ ਪ੍ਰੋਟੈਸਟ, ਉੱਥੇ ਅਸੀਂ ਮੰਗਿਆ।